ਅੱਜ ਅਸੀਂ 12ਵੀਂ ਜਮਾਤ ਦਾ ਨਾਵਲ ਗੁਆਚਿਆ ਮੁੰਡਾ ਪੜ੍ਹਾਂਗੇ, ਜੋ ਕਿ ਜਗਦੀਸ਼ ਕੌਸ਼ਲ ਦਾ ਲਿਖਿਆ ਹੋਇਆ ਹੈ। ਇਹ ਕਿਸ਼ੋਰ ਅਵਸਥਾ ਨਾਲ ਸੰਬੰਧਿਤ ਮਨੋਵਿਗਿਆਨਕ ਯਥਾਰਥਕ ਕਿਸਮ ਦਾ ਨਾਵਲ ਹੈ। ਇਸ ਦਾ ਵਿਸ਼ਾ ਬੱਚਿਆਂ ਲਈ ਵੱਖ-ਵੱਖ ਚੈਨਲਾਂ ਉੱਤੇ ਪ੍ਰਸਾਰਿਤ ਹੁੰਦੇ ਕਾਲਪਨਿਕ ਅੰਧ ਵਿਸ਼ਵਾਸਾਂ ਅਤੇ ਗੈਬੀ ਸ਼ਕਤੀਆਂ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਬਾਲ ਮਨਾਂ ਤੇ ਪੈਂਦੇ ਬੁਰੇ ਪ੍ਰਭਾਵ ਬਾਰੇ ਦੱਸਣਾ ਹੈ ਕਿ ਕਿਸ ਤਰ੍ਹਾਂ ਬੱਚਾ ਪਰੀਆਂ ਰਾਹੀਂ ਹਰ ਕੰਮ ਕੀਤੇ ਜਾਣ ਦੀ ਕਲਪਨਾ ਕਰਦਾ ਰਹਿੰਦਾ ਹੈ। ਘੋਗਾ ਇਸ ਨਾਵਲ ਦਾ ਮੁੱਖ ਪਾਤਰ ਉਮਰ 12-13 ਸਾਲ, ਪੜ੍ਹਾਈ ਤੋਂ ਅਵੇਸਲਾ, ਹਮੇਸ਼ਾ ਟੀਵੀ ਤੇ ਪਰੀਆਂ ਦੇਖਦਾ ਰਹਿੰਦਾ ਹੈ। ਮਾਂ ਵਾਰ-ਵਾਰ ਪੜ੍ਹਨ ਨੂੰ ਆਖਦੀ ਹੈ। ਘੋਗਾ ਆਪਣੀ ਲਾਪਰਵਾਹੀ ਕਾਰਨ 6ਵੀਂ ਜਮਾਤ ਵਿੱਚੋਂ ਫੇਲ ਹੋ ਜਾਂਦਾ ਹੈ, ਪਰ ਕਾਰਨ ਪੀਰ ਬਾਬੇ ਦੇ ਮੱਥਾ ਨਾ ਟੇਕਣਾ ਦੱਸਦਾ ਹੈ। ਘੋਗੇ ਦੀ ਮਾਂ ਉਸਨੂੰ ਸਮਝਾਉਂਦੀ ਹੈ ਕਿ ਗੁਰੂ ਪੀਰ ਵੀ ਮਿਹਨਤ ਕਰਨ ਵਾਲਿਆਂ ਦਾ ਹੀ ਸਾਥ ਦਿੰਦੇ ਹਨ। ਘੋਗੇ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਲੋਕਾਂ ਦੇ ਕੱਪੜੇ ਸਿਉਂ ਕੇ ਗੁਜ਼ਾਰਾ ਕਰਦੀ ਹੈ। ਘੋਗਾ ਟੀਵੀ ਬੰਦ ਕਰਕੇ ਬਿਸਤਰ ਤੇ ਲੇਟ ਜਾਂਦਾ ਹੈ। ਹੋਮਵਰਕ ਕਰਨ ਬਾਰੇ ਸੋਚਦਾ ਹੈ, ਫਿਰ ਸੋਚਦਾ ਹੈ ਕੋਈ ਗੱਲ ਨਹੀਂ, ਸਵੇਰੇ ਉੱਠ ਕੇ ਸਕੂਲ ਜਾਣ ਤੋਂ ਪਹਿਲਾਂ ਹੋਮਵਰਕ ਕਰ ਲਏਗਾ। ਅਚਾਨਕ ਨੀਂਦ ਦੇ ਸੁਪਨੇ ਵਿੱਚ ਪਰੀਆਂ ਦੀ ਕਾਲਪਨਿਕ ਦੁਨੀਆ ਵਿੱਚ ਪਹੁੰਚ ਜਾਂਦਾ ਹੈ। ਚਾਂਦੀ ਰੰਗੀ ਰੋਸ਼ਨੀ ਵਿੱਚ ਉਸ ਦੀਆਂ ਅੱਖਾਂ ਚੁੰਧਿਆਈਆਂ ਗਈਆਂ। ਉਸ ਦੇ ਮੇਜ਼ ਕੋਲ ਚਾਂਦੀ ਵਰਗੇ ਚਮਕ ਰਹੇ ਕੱਪੜਿਆਂ ਵਿੱਚ ਇੱਕ ਚੰਦਰਪਰੀ ਖੜੀ ਸੀ, ਜਿਸ ਦੇ ਚਾਂਦੀ ਰੰਗੇ ਖੰਭ ਹੌਲੀ-ਹੌਲੀ ਹਿੱਲ ਰਹੇ ਸਨ। ਸਿਰ ਉੱਤੇ ਹੀਰਿਆਂ ਜੜਿਆ ਚਾਂਦੀ ਦਾ ਮੁਕਟ ਲਿਸ਼ਕਾਂ ਮਾਰ ਰਿਹਾ ਸੀ। ਹੱਥ ਵਿੱਚ ਚਾਂਦੀ ਦਾ ਪੈਨ ਸੀ, ਜਿਸ ਦੇ ਸਿਰੇ ਤੇ ਚੰਦਰਮਾ ਬਣਿਆ ਹੋਇਆ ਸੀ। ਚੰਦਰਪਰੀ ਨੂੰ ਦੇਖ ਘੋਗਾ ਬੜਾ ਖੁਸ਼ ਹੋਇਆ ਤੇ ਪੁੱਛਿਆ, ਉਹ ਟੀਵੀ ਵਿੱਚੋਂ ਆਈ ਹੈ ਨਾ? ਉਹ ਕਿੰਨਾ ਚਿਰ ਟੀਵੀ ਅੱਗੇ ਬੈਠਾ ਉਸਨੂੰ ਦੇਖਦਾ ਰਹਿੰਦਾ ਸੀ। ਚੰਦਰਪਰੀ ਨੂੰ ਘੋਗੇ ਨੇ ਦੱਸਿਆ ਕਿ ਉਸਨੂੰ ਪੜ੍ਹਨਾ ਨਹੀਂ ਆਉਂਦਾ, ਹੋਮਵਰਕ ਨਹੀਂ ਹੁੰਦਾ, ਜਿਸ ਕਰਕੇ ਸਕੂਲੋਂ ਵੀ ਡਾਂਟ ਪੈਂਦੀ ਹੈ ਤੇ ਮਾਂ ਵੀ ਗੁੱਸੇ ਹੁੰਦੀ ਹੈ। ਚੰਦਰਪਰੀ ਨੇ ਘੋਗੇ ਨੂੰ ਪੈਨ ਦਿੱਤਾ ਅਤੇ ਪੈਨ ਦੀ ਸਹਾਇਤਾ ਨੇ ਸੁਪਨੇ ਵਿੱਚ ਹੀ ਘੋਗੇ ਨੇ ਗਣਿਤ, ਪੰਜਾਬੀ, ਵਿਗਿਆਨ, ਸਮਾਜਿਕ ਵਿਗਿਆਨ ਦਾ ਕੰਮ ਪੂਰਾ ਕਰ ਲਿਆ ਤੇ ਖੁਸ਼ੀ ਨਾਲ ਉੱਛਲਣ ਲੱਗ ਪਿਆ। ਸਰਾਣੇ ਪਈ ਅਲਾਰਮ ਘੜੀ ਡਿੱਗ ਕੇ ਟੁੱਟ ਗਈ ਅਤੇ ਉਸ ਦਾ ਸੁਪਨਾ ਵੀ ਟੁੱਟ ਗਿਆ। ਨੀਂਦ ਤੋਂ ਜਾਗਿਆ ਨਾ ਉੱਥੇ ਪਰੀ, ਨਾ ਪੂਰੀਆਂ ਕੀਤੀਆਂ ਹੋਈਆਂ ਕਾਪੀਆਂ, ਬਸ ਕਾਪੀਆਂ ਕਿਤਾਬਾਂ ਬਸਤੇ ਵਿੱਚ ਬੰਦ ਸੀ। ਸਵੇਰੇ ਸਕੂਲ ਵਿੱਚ ਪ੍ਰਾਰਥਨਾ ਸਭਾ ਤੋਂ ਬਾਅਦ ਲਾਈਨ ਵਿੱਚ ਜਾਂਦੇ ਸਮੇਂ ਉਹ ਗੁਰੀ ਵਿੱਚ ਵੱਜਿਆ। ਪੀਟੀ ਅਧਿਆਪਕ ਨੇ ਉਸਨੂੰ ਡਾਂਟਿਆ। ਉਹ ਮੂੰਹ ਵਿੱਚ ਕੁਝ ਨਾ ਕੁਝ ਬੋਲਦਾ ਅੱਗੇ ਵਧ ਗਿਆ। ਕਲਾਸ ਵਿੱਚ ਵਿਗਿਆਨ ਦੇ ਅਧਿਆਪਕ ਨੂੰ ਦੇਖ ਕੇ ਕਲਾਸ ਵਿੱਚੋਂ ਭੱਜਣ ਵਿੱਚ ਅਸਫਲ ਰਿਹਾ। ਅੱਧੀ ਛੁੱਟੀ ਵੇਲੇ ਘੋਗਾ ਦਾਣਾ ਮੰਡੀ ਪਹੁੰਚਿਆ। ਉੱਥੇ ਉਸਨੇ ਦੇਖਿਆ ਕਿ ਇੱਕ ਮਦਾਰੀ ਤਮਾਸ਼ਾ ਦਿਖਾ ਰਿਹਾ ਸੀ ਅਤੇ ਉਸ ਦੇ ਨਾਲ ਇੱਕ ਛੋਟਾ ਜਿਹਾ ਮੁੰਡਾ ਕੰਮ ਕਰ ਰਿਹਾ ਸੀ, ਜਿਸ ਨੂੰ ਉਹ ਜਮੂਰਾ ਕਹਿ ਕੇ ਸੰਬੋਧਿਤ ਕਰ ਰਿਹਾ ਸੀ। ਉਹ ਡੁਗਡੁਗੀ ਵਜਾ ਕੇ ਪੁੱਛ ਰਿਹਾ ਸੀ। ਅਚਾਨਕ ਉਸਨੇ ਘੋਗੇ ਦੇ ਕੋਲ ਜਾ ਕੇ ਪੁੱਛਿਆ, ਜਮੂਰੇ, ਇਹ ਕੌਣ ਹੈ? ਜਮੂਰੇ ਨੇ ਦੱਸਿਆ, ਜਨਾਬ, ਇਹ ਸਕੂਲੋਂ ਭੱਜਿਆ ਹੋਇਆ ਬੱਚਾ ਹੈ, ਇਸ ਦੇ ਕੋਲ ਬਸਤਾ ਹੈ। ਘੋਗੇ ਦਾ ਆਪਣਾ ਹੀ ਤਮਾਸ਼ਾ ਬਣਿਆ ਦੇਖ ਉੱਥੋਂ ਭੱਜ ਨਿਕਲਣਾ ਹੀ ਠੀਕ ਲੱਗਿਆ। ਪਰ ਘੋਗੇ ਨੇ ਮਨ ਹੀ ਮਨ ਸੋਚਿਆ ਕਿ ਅਜਿਹੇ ਮਦਾਰੀ ਤੋਂ ਗੁਰ ਸਿੱਖਣਾ ਚਾਹੀਦਾ ਹੈ, ਢੰਗ ਸਿੱਖਣਾ ਚਾਹੀਦਾ ਹੈ ਕਿ ਕਲਾਸ ਵਿੱਚੋਂ ਕਿਵੇਂ ਗਾਇਬ ਹੋ ਸਕੇ। ਘੋਗਾ ਬਾਗਾਂ ਵਿੱਚ ਇਹੀ ਸੋਚ ਲੈ ਕੇ ਘੁੰਮਦਾ ਰਹਿੰਦਾ ਹੈ। ਸੋਨਪਰੀ ਇੱਥੇ ਨਹੀਂ ਕਿਤੇ ਹੋਰ ਨੇੜੇ ਹੀ ਹੈ। ਉਸ ਤੋਂ ਰੁੱਸ ਗਈ ਹੈ, ਉਸ ਨੂੰ ਲੱਭ ਨਹੀਂ ਰਹੀ। ਇਸੇ ਚੱਕਰ 'ਚ ਉਹ ਦੌੜਦਾ ਨਦੀ ਦੇ ਕਿਨਾਰੇ ਪਹੁੰਚ ਜਾਂਦਾ ਹੈ, ਜਿੱਥੇ ਕਾਲਾ ਸਾਧੂ ਸਰੀਰ ਤੇ ਚਿੱਟੀ ਸੁਆਹ ਮਲ ਕੇ, ਮੱਥੇ ਤੇ ਸੰਦੂਰ ਦਾ ਟਿੱਕਾ ਲਗਾ ਕੇ, ਅੱਖਾਂ ਮੋਟੀਆਂ ਤੇ ਲਾਲ ਕਰਕੇ, ਹੱਥ ਵਿੱਚ ਤ੍ਰਿਸ਼ੂਲ ਫੜ ਕੇ ਧਰਤੀ ਤੇ ਚੌਂਕੜੀ ਮਾਰੀ ਬੈਠਾ ਹੈ ਤੇ ਸਾਹਮਣੇ ਧੂਣੀ ਲਾਈ ਹੋਈ ਹੈ। ਘੋਗਾ ਚੁੱਪਚਾਪ ਉਸ ਦੇ ਕੋਲ ਬੈਠ ਗਿਆ। ਅੱਖਾਂ ਮਿੱਟੀ ਕਾਲੇ ਸਾਧੂ ਨੇ ਪੁੱਛਿਆ, ਕਿਉਂ ਕਾਕਾ, ਸਕੂਲ ਨਹੀਂ ਗਿਆ? ਘੋਗਾ ਹੈਰਾਨ ਹੋ ਗਿਆ ਕਿ ਸਾਧੂ ਨੇ ਤਾਂ ਅੱਖਾਂ ਮਿੱਟੀਆਂ ਹੋਈਆਂ ਸਨ। ਉਸਨੇ ਕਾਲੇ ਸਾਧੂ ਨੂੰ ਕਿਹਾ ਕਿ ਮੇਰਾ ਪੜ੍ਹਾਈ ਵਿੱਚ ਦਿਲ ਨਹੀਂ ਲੱਗਦਾ। ਉਸਨੇ ਕਿਹਾ, ਸਭ ਹੋ ਜਾਏਗਾ, ਬਸ 200 ਰੁਪਏ ਦਾ ਖਰਚਾ ਹੈ। ਘੋਗੇ ਨੇ ਆਪਣੀ ਘੜੀ ਉਸਨੂੰ ਦੇ ਦਿੱਤੀ। ਉਸਨੇ ਆਪਣਾ ਬਸਤਾ ਫਰੋਲਿਆ। ਬਸਤੇ ਵਿੱਚ ਸਿਰਫ 5 ਰੁਪਏ ਹੀ ਸਨ। ਕਾਲੇ ਸਾਧੂ ਨੇ ਕਾਗਜ਼ ਤੇ ਵਿੰਗੀਆਂ ਟੇਢੀਆਂ ਲਾਈਨਾਂ ਲਗਾ ਕੇ ਉਸਦੀ ਕਹੀ ਤਹਾਂ ਲਗਾ ਕੇ ਘੋਗੇ ਨੂੰ ਦੇ ਦਿੱਤੀਆਂ ਤੇ ਕਿਹਾ ਕਿ ਜਾ ਪਿੱਛੇ ਮੁੜ ਕੇ ਨਾ ਵੇਖੀ, ਨਹੀਂ ਤਾਂ ਇਸ ਦਾ ਅਸਰ ਖਤਮ ਹੋ ਜਾਏਗਾ। ਅਸਲ ਵਿੱਚ ਕਾਲਾ ਸਾਧੂ ਉੱਥੋਂ ਸਭ ਕੁਝ ਸਮੇਟ ਕੇ ਭੱਜਣਾ ਚਾਹੁੰਦਾ ਸੀ। ਘੋਗੇ ਨੇ ਤਵੀਤ ਘਰੇ ਲਿਆਂਦਾ, ਗਲਾਸ ਵਿੱਚ ਪਾਣੀ ਪਾ ਕੇ ਉਸ ਵਿੱਚ ਘੋਲ ਲਿਆ, ਪਰ ਉਸਨੇ ਉਹ ਪਾਣੀ ਪੀ ਲਿਆ ਤੇ ਤਵੀਤ ਵਗਾਹ ਮਾਰਿਆ ਕਿ ਹੁਣ ਉਸਨੂੰ ਉਸਦਾ ਕੋਈ ਵੀ ਅਸਰ ਨਜ਼ਰ ਨਹੀਂ ਆ ਰਿਹਾ ਸੀ। ਘੋਗਾ ਨਿਰਾਸ਼ ਹੋ ਗਿਆ। ਫਿਰ ਉਸਨੂੰ ਇੱਕ ਦਿਨ ਬਾਗ ਵਿੱਚ ਇੱਕ ਕੂਕਵੀਂ ਆਵਾਜ਼ ਸੁਣੀ ਕਿ ਕੋਈ ਉਸਨੂੰ ਪੜ੍ਹਾਈ ਵਿੱਚ ਧਿਆਨ ਲਗਾਉਣ ਲਈ ਕਹਿ ਰਿਹਾ ਸੀ ਕਿ ਜੀਵ ਜੰਤੂ ਵੀ ਆਪਣਾ ਖਾਣਾ ਖਾਣ ਲਈ ਮਿਹਨਤ ਕਰਦੇ ਹਨ,
ਤੈਨੂੰ ਵੀ ਸਫਲ ਹੋਣ ਲਈ ਪੜ੍ਹਨਾ ਚਾਹੀਦਾ ਹੈ। ਘੋਗੇ ਨੂੰ ਲੱਗਿਆ ਇਹ ਸੋਨਪਰੀ ਹੀ ਹੈ, ਉਸਦੇ ਕੋਲ ਹੀ ਹੈ। ਉਹ ਸੋਨਪਰੀ ਦੀ ਗੱਲ ਮੰਨ ਕੇ ਪੜਨ ਲੱਗ ਪਿਆ। ਹੁਣ ਗੁਰੀ, ਇਕਬਾਲ, ਸੁਰਜੀਤ, ਸਤੀਸ਼ ਉਸਦੇ ਚੰਗੇ ਦੋਸਤ ਬਣ ਗਏ। ਇਕਬਾਲ ਦੇ ਪਿਤਾ ਜੀ ਨੇ ਉਸਨੂੰ ਇੱਕ ਦਿਨ ਦੱਸਿਆ ਕਿ ਸੋਨ ਕਾਟੋ ਵਰਗੀ ਕੋਈ ਕਰਾਮਾਤ ਨਹੀਂ ਹੁੰਦੀ, ਸਭ ਕੁਝ ਮਨ ਦੀ ਸੋਚ ਰਾਹੀਂ ਹੁੰਦਾ ਹੈ। ਉਦਾਹਰਨ ਵਜੋਂ ਕਿ ਜਿਸ ਤਰ੍ਹਾਂ ਅਸੀਂ ਬੱਦਲਾਂ ਵੱਲ ਦੇਖਦੇ ਹਾਂ, ਕਦੇ ਸਾਨੂੰ ਉਸਦੇ ਵਿੱਚ ਵੱਡੇ ਵੱਡੇ ਪਰਬਤ ਤੇ ਕਦੇ ਉਸਦੇ ਵਿੱਚ ਕੋਈ ਬਾਬੇ ਦੀ ਸ਼ਕਲ ਜਾਂ ਕਦੇ ਕਿਸੇ ਦੀ ਸ਼ਕਲ ਨਜ਼ਰ ਆਉਂਦੀ ਹੈ, ਪਰ ਇਹ ਸਭ ਗੱਲਾਂ ਕਾਲਪਨਿਕ ਹੁੰਦੀਆਂ ਹਨ, ਸਾਡੇ ਮਨ ਦੀ ਸੋਚ ਹੁੰਦੀਆਂ ਹਨ, ਹੋਰ ਕੁਝ ਵੀ ਨਹੀਂ ਹੁੰਦਾ। ਘੋਗਾ ਇਹ ਜਿਹੀਆਂ ਗੱਲਾਂ ਨੂੰ ਬੇਧਿਆਨੇ ਕਰਦਾ ਹੈ ਕਿਉਂਕਿ ਉਸਦੇ ਮਨ ਵਿੱਚ ਪਰੀਆਂ ਦੀ ਕਾਲਪਨਿਕ ਕਹਾਣੀਆਂ ਬਣੀਆਂ ਹੋਈਆਂ ਹਨ। ਇੱਕ ਦਿਨ ਉਹ ਸੜਕ ਦੇ ਕਿਨਾਰੇ ਤੁਰਿਆ ਜਾ ਰਿਹਾ ਸੀ ਕਿ ਉਸਨੇ ਸੜਕ ਦੇ ਖੱਬੇ ਪਾਸੇ ਇੱਕ ਖੂਬਸੂਰਤ ਨਜ਼ਾਰਾ ਦੇਖਿਆ। 7-8 ਫੁੱਟ ਚੌੜੇ ਰਸਤੇ ਤੇ ਬਜਰੀ ਵਿਛੀ ਹੋਈ ਸੀ। ਰਸਤੇ ਦੇ ਚੌਹੀਂ ਪਾਸੇ ਰੰਗ ਬਿਰੰਗੇ ਫੁੱਲਾਂ ਦੀਆਂ ਕਿਆਰੀਆਂ ਸਨ। ਸਾਹਮਣੇ ਇੱਕ ਬਹੁਤ ਵੱਡੀ ਵਲਗਣ ਉੱਤੇ ਹਿਰਨਾਂ, ਖਰਗੋਸ਼ਾਂ, ਕੁੱਤਿਆਂ, ਬਿੱਲੀਆਂ, ਤੋਤਿਆਂ, ਚਿੜੀਆਂ, ਮੋਰਾਂ, ਕਾਵਾਂ, ਸੱਪਾਂ, ਕਿਰਲੀਆਂ, ਬਿੱਛੂਆਂ, ਡੱਡੂਆਂ, ਤਿਤਲੀਆਂ, ਸ਼ਹਿਦ ਮੱਖੀਆਂ, ਕਾਟੋਆਂ ਅਤੇ ਹੋਰ ਕਈ ਜੀਵ ਜੰਤੂਆਂ ਦੇ ਚਿੱਤਰ ਲੱਗੇ ਹੋਏ ਸਨ। ਘੋਗਾ ਬੜੇ ਚਾਅ ਨਾਲ ਦਰਵਾਜ਼ੇ ਕੋਲ ਪਹੁੰਚਿਆ। ਲੋਹੇ ਦੇ ਗੇਟ ਉੱਤੇ ਅਰਧ ਗੋਲਾਕਾਰ ਫੱਟੇ ਉੱਤੇ ਪ੍ਰਕਿਰਤੀ ਵਿਗਿਆਨ ਖੋਜ ਕੇਂਦਰ ਲਿਖਿਆ ਹੋਇਆ ਸੀ। ਅੰਦਰ ਵੜਦੇ ਹੀ ਗੇਟ ਝੱਟ ਬੰਦ ਹੋ ਗਿਆ। ਘੋਗੇ ਨੂੰ ਲੱਗਿਆ ਕਿ ਕਿਸੇ ਨੇ ਉਸ ਨੂੰ ਕੈਦ ਕਰ ਲਿਆ ਹੈ। ਇੱਕ ਚੋਲੇ ਵਾਲਾ ਬਾਬਾ ਉਸ ਨੂੰ ਚਿੱਟੇ ਚੋਲੇ ਵਾਲੇ ਬਾਬਾ ਜੀ ਕੋਲ ਲੈ ਗਿਆ। ਉਹ ਬਾਬਾ ਉਸ ਨੂੰ ਪਾਠ ਪੁਸਤਕਾਂ ਦੇ ਮਹਾਪੁਰਸ਼ ਵਾਂਗ ਲੱਗਿਆ। ਕਮਰੇ ਵਿੱਚ 2-3 ਕਤਾਰਾਂ ਵਿੱਚ ਵੱਡੇ ਮੇਜ਼ਾਂ ਉੱਤੇ ਵਿਗਿਆਨਕ ਪ੍ਰਯੋਗਸ਼ਾਲਾਵਾਂ ਦਾ ਸਮਾਨ ਸੀ। ਉਹਨਾਂ ਨੇ ਹਰੇ ਰੰਗ ਦੇ ਚੋਲੇ, ਸਿਰਾਂ ਉੱਤੇ ਹਰੇ ਰੰਗ ਦੀਆਂ ਟੋਪੀਆਂ, ਮੂੰਹ ਉੱਤੇ ਡਾਕਟਰਾਂ ਵਾਂਗ ਨਕਾਬ, ਹੱਥਾਂ ਵਿੱਚ ਰਬੜ ਦੇ ਦਸਤਾਨੇ ਤੇ ਚਿੱਟੇ ਐਪਰਨ ਪਾਏ ਹੋਏ ਸਨ। ਘੋਗੇ ਨੂੰ ਇਹ ਸਭ ਕੁਝ ਸਕੂਲ ਦੀ ਪ੍ਰਯੋਗਸ਼ਾਲਾ ਵਾਂਗ ਜਾਪ ਰਿਹਾ ਸੀ। ਚਿੱਟੇ ਚੋਲੇ ਵਾਲੇ ਬਾਬੇ ਨੇ ਪੁੱਛਿਆ, ਕਿਉਂ ਬੱਚਾ, ਅੱਜ ਸਕੂਲ ਨਹੀਂ ਗਿਆ? ਕੀ ਨਾਂ ਹੈ ਤੇਰਾ? ਘੋਗੇ ਨੇ ਪਹਿਲੀ ਵਾਰ ਆਪਣਾ ਨਾਮ ਦਰਸ਼ਨ ਦੱਸਿਆ। ਬਾਬੇ ਦੀਆਂ ਗੱਲਾਂ ਸੁਣਦੇ ਸਾਰ ਉਸ ਨੂੰ ਪਿਆਸ ਲੱਗ ਗਈ। ਘੋਗੇ ਨੇ ਪਾਣੀ ਮੰਗਿਆ। ਬਾਬਾ ਜੀ ਨੇ ਉਸ ਨੂੰ ਲਾਲ ਰੰਗ ਦਾ ਸ਼ਰਬਤ ਬਣਾ ਕੇ ਦਿੱਤਾ, ਜਿਸ ਨਾਲ ਜਾਣੂ ਉਸ ਦੀ ਪਿਆਸ ਬੁੱਝ ਗਈ। ਘੋਗੇ ਨੇ ਦੱਸਿਆ, ਬਾਬਾ ਜੀ, ਮੇਰਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ, ਮੈਂ ਹਰ ਵੇਲੇ ਸੋਨਪਰੀ ਨੂੰ ਲੱਭਦਾ ਰਹਿੰਦਾ ਹਾਂ। ਤਾਂ ਬਾਬਾ ਜੀ ਨੇ ਕਿਹਾ ਕਿ ਇਸ ਦਾ ਮਤਲਬ ਤੂੰ ਕੁਝ ਨਹੀਂ ਕਰਨਾ ਚਾਹੁੰਦਾ, ਸਾਰਾ ਕੰਮ ਪਰੀਆਂ ਤੋਂ ਹੀ ਲੈਣਾ ਚਾਹੁੰਦਾ ਹੈ। ਤਾਂ ਉਹ ਆਖਦਾ ਹੈ ਕਿ ਨਹੀਂ ਬਾਬਾ ਜੀ, ਮੈਂ ਪੜ੍ਹਨਾ ਵੀ ਚਾਹੁੰਦਾ ਹਾਂ। ਤਾਂ ਬਾਬਾ ਜੀ ਨੇ ਉਸ ਨੂੰ 5 ਗੋਲੀਆਂ ਦਿੰਦੇ ਹੋਏ ਕਿਹਾ ਕਿ ਇੱਕ ਰੋਜ਼ ਲੈਂਦਾ ਰਹੀਂ ਅਤੇ ਜਦੋਂ ਦਵਾਈ ਖਤਮ ਹੋ ਗਈ ਫਿਰ ਦੁਬਾਰਾ ਮੈਨੂੰ ਇਸ ਦਾ ਅਸਰ ਜ਼ਰੂਰ ਦੱਸੀਂ। ਐਤਵਾਰ ਵਾਲੇ ਦਿਨ ਘੋਗਾ ਇਕਬਾਲ ਦਾ ਸਾਈਕਲ ਲੈ ਕੇ ਖੋਜ ਕੇਂਦਰ ਪਹੁੰਚ ਗਿਆ। ਕਿਉਂਕਿ ਉਸ ਦੀ ਦਵਾਈ ਖਤਮ ਹੋ ਗਈ ਸੀ। ਉਸਨੇ ਦੇਖਿਆ ਕਿ ਬਾਬਾ ਜੀ ਰੰਗ ਬਿਰੰਗੇ ਫੁੱਲਾਂ ਤੋਂ ਠੂਹਿਆਂ ਨੂੰ ਬਿੱਛੂਆਂ ਨੂੰ ਅਲੱਗ ਕਰ ਰਹੇ ਸਨ। ਘੋਗੇ ਨੇ ਪੁੱਛਿਆ, ਠੂਹੇ ਤੁਹਾਨੂੰ ਡੰਗ ਨਹੀਂ ਮਾਰਨਗੇ? ਬਾਬਾ ਜੀ ਨੇ ਦੱਸਿਆ, ਉਹਨਾਂ ਨੇ ਹੱਥਾਂ ਤੇ ਦਵਾਈ ਲਗਾ ਕੇ ਦਸਤਾਨੇ ਪਾਏ ਹੋਏ ਹਨ। ਜੇ ਠੂਹਾ ਗੁੱਸੇ ਵਿੱਚ ਡੰਗ ਵੀ ਮਾਰੇਗਾ ਤਾਂ ਕੋਈ ਅਸਰ ਨਹੀਂ ਹੋਵੇਗਾ। ਵੈਸੇ ਵੀ ਜੇ ਅਸੀਂ ਜੀਵ ਜੰਤੂਆਂ ਨੂੰ ਪਿਆਰ ਦਿਖਾਉਂਦੇ ਰਹੀਏ ਤਾਂ ਉਹ ਸਾਨੂੰ ਕੁਝ ਵੀ ਨਹੀਂ ਕਰ ਸਕਦੇ। ਘੋਗੇ ਨੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ, ਦਵਾਈ ਦਾ ਬਹੁਤ ਫਾਇਦਾ ਹੋਇਆ, ਮੈਂ ਹੁਣ ਪੜ੍ਹਨ ਲਿਖਣ ਲੱਗ ਪਿਆ ਹਾਂ। ਫਿਰ ਉਸ ਨੂੰ ਪਿਆਸ ਲੱਗ ਗਈ। ਹੁਣ ਘੋਗੇ ਨੇ ਪੀਲੇ ਰੰਗ ਦਾ ਸ਼ਰਬਤ ਪੀਤਾ ਅਤੇ ਉਸ ਨੂੰ ਖੋਜ ਕੇਂਦਰ ਦਾ ਗੇੜਾ ਮਰਵਾਉਣ ਲਈ ਕਿਹਾ ਗਿਆ। ਘੋਗੇ ਨੇ ਗੇੜਾ ਮਾਰਨ ਤੋਂ ਬਾਅਦ ਕਿਹਾ, ਮੈਂ ਰੋਜ਼ ਇੱਥੇ ਆਇਆ ਕਰੂੰਗਾ। ਬਾਬਾ ਜੀ ਨੇ ਕਿਹਾ, ਇੱਥੇ ਖੋਜ ਦਾ ਕੰਮ ਹੁੰਦਾ ਹੈ, ਘੱਟੋ ਘੱਟ MA ਤੱਕ ਪੜ੍ਹਾਈ ਕਰਕੇ ਆਉਣ ਨਾਲ ਹੀ ਲਾਭ ਹੋਏਗਾ, ਪਰ ਪੜ੍ਹਾਈ ਜੀਵ ਵਿਗਿਆਨ, ਜੰਤੂ ਵਿਗਿਆਨ, ਬਨਸਪਤੀ ਵਿਗਿਆਨ ਦੀ ਕਰਨੀ ਪਏਗੀ। ਦਵਾਈ ਦਿੰਦਿਆਂ ਬਾਬਾ ਜੀ ਨੇ ਕਿਹਾ, ਦਵਾਈ ਪਹਿਲਾਂ ਵਾਂਗ ਰੋਜ਼ ਨਹੀਂ ਲੈਣੀ। ਪਹਿਲਾ ਮਹੀਨਾ ਹਰ ਰੋਜ਼ ਲੈਣੀ ਹੈ, ਦੂਜੇ ਮਹੀਨੇ 1 ਦਿਨ ਛੱਡ ਕੇ, ਤੀਜੇ ਮਹੀਨੇ 2 ਦਿਨ ਛੱਡ ਕੇ, ਚੌਥੇ ਮਹੀਨੇ ਹਫ਼ਤੇ ਵਿੱਚ ਸਿਰਫ 1 ਵਾਰੀ ਲੈਣੀ ਹੈ। ਇਸ ਦਵਾਈ ਦੇ ਅਸਰ ਨਾਲ ਹੁਣ ਘੋਗਾ 7ਵੀਂ ਵਿੱਚੋਂ ਫਸਟ ਆਇਆ। ਉਸ ਦੇ ਦੋਸਤ ਉਸ ਤੋਂ ਈਰਖਾ ਕਰਨ ਲੱਗ ਪਏ ਕਿ ਉਹ ਹੁਣ ਕਿਵੇਂ ਪੜਨ ਲੱਗ ਪਿਆ ਹੈ। ਪ੍ਰਿੰਸੀਪਲ ਤੇ ਅਧਿਆਪਕ ਬਹੁਤ ਖੁਸ਼ ਹੋਏ। ਹੁਣ ਉਸ ਦੀ ਦਵਾਈ ਮੁੱਕ ਗਈ ਤੇ ਉਸ ਨੂੰ ਯਾਦ ਆਇਆ ਕਿ ਉਹ ਖੋਜ ਕੇਂਦਰ ਚਲਾ ਜਾਵੇ। ਜਦੋਂ ਉਹ ਖੋਜ ਕੇਂਦਰ ਜਾ ਰਿਹਾ ਸੀ ਤਾਂ ਜਦੋਂ ਵੱਡੀ ਸੜਕ ਤੋਂ ਖੱਬੇ ਪਾਸੇ ਮੁੜਿਆ, ਹੁਣ ਨਜ਼ਾਰਾ ਉਹ ਜਿਹਾ ਨਹੀਂ ਸੀ।
ਸਾਰਾ ਨਜ਼ਾਰਾ ਬਦਲਿਆ ਹੋਇਆ ਸੀ। ਜਦੋਂ ਉਹ ਗੇਟ ਕੋਲ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਪ੍ਰਕਿਰਤੀ ਵਿਗਿਆਨ ਖੋਜ ਕੇਂਦਰ ਦੀ ਥਾਂ ਚਿੱਟੇ ਅੱਖਰਾਂ ਵਿੱਚ ਸਿਮਾਇਰੋ ਫਾਰਮ ਹਾਊਸ ਲਿਖਿਆ ਹੋਇਆ ਸੀ। ਕੋਈ ਜੀਵ ਜੰਤੂਆਂ ਦੀ ਤਸਵੀਰ ਨਹੀਂ ਸੀ, ਕੋਈ ਜੀਵ ਜੰਤੂ ਨਹੀਂ ਸੀ, ਨਾ ਕੋਈ ਬਾਬਾ ਜੀ ਦੀ ਗੂੰਜਵੀਂ ਆਵਾਜ਼ ਆਈ ਅਤੇ ਉਸਨੇ ਘੰਟੀ ਵਜਾਈ ਤੇ ਘੰਟੀ ਵਜਾਉਣ ਤੇ ਮਜ਼ਦੂਰ ਨੇ ਗੇਟ ਖੋਲ੍ਹਿਆ ਤੇ ਉਸਨੇ ਪੁੱਛਿਆ ਕਿ ਬਾਬਾ ਜੀ ਕਿੱਥੇ ਹਨ। ਤਾਂ ਉਸ ਮਜ਼ਦੂਰ ਨੇ ਦੱਸਿਆ ਕਿ ਬਾਬਾ ਜੀ ਉੱਥੋਂ ਚਲੇ ਗਏ ਹਨ ਕਿਉਂਕਿ ਉਹਨਾਂ ਦੇ ਜੀਵ ਜੰਤੂ ਮਰ ਰਹੇ ਸਨ। ਹੁਣ ਉਹ ਜਿਹੜੇ ਹਨ ਪਹਾੜਾਂ ਵੱਲ ਨੂੰ ਚਲੇ ਗਏ ਹੋਏ ਹਨ। ਵਾਪਸੀ ਆਉਂਦੇ ਸਮੇਂ ਘੋਗੇ ਨੂੰ ਸਾਰਾ ਰਸਤਾ ਇੱਕ ਸੁਰੰਗ ਦੀ ਤਰ੍ਹਾਂ ਲੱਗਿਆ ਜਿਸ ਦੇ ਵਿੱਚ ਹਨੇਰਾ ਹੀ ਹਨੇਰਾ ਸੀ। ਉਸ ਨੂੰ ਹੁਣ ਯਾਦ ਆ ਰਿਹਾ ਸੀ ਕਿ ਦਵਾਈਆਂ, ਜਾਦੂਆਂ, ਟੂਣਿਆਂ, ਤਵੀਤਾਂ, ਕਰਾਮਾਤਾਂ ਕੋਈ ਕੰਮ ਨਹੀਂ ਕਰਦੇ। ਉਸ ਨੂੰ ਇਕਬਾਲ ਦੇ ਡੈਡੀ, ਅਧਿਆਪਕਾਂ ਤੇ ਬਾਬਾ ਜੀ ਦੇ ਉਹ ਮਹਾਵਚਨ ਯਾਦ ਆ ਰਹੇ ਸਨ ਕਿ ਸਭ ਕੁਝ ਜਿਹੜਾ ਹੈ ਮਿਹਨਤ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ। ਮਨ ਨੂੰ ਦਵਾਈ ਨਾਲ ਨਹੀਂ ਟਿਕਾਇਆ ਜਾ ਸਕਦਾ। ਮਨ ਪੜ੍ਹਾਈ ਲਾ ਕੇ ਟਿਕ ਸਕਦਾ ਹੈ। ਇਸ ਤਰ੍ਹਾਂ ਉਸਨੇ ਸੋਚਿਆ ਕਿ ਹੁਣ ਉਹ ਇਸ ਕਾਲਪਨਿਕ ਦੁਨੀਆ ਦੇ ਵਿੱਚੋਂ ਬਾਹਰ ਆ ਜਾਏਗਾ। ਅਚਾਨਕ ਜਦੋਂ ਉਹ ਸ਼ਹਿਰ ਵੱਲ ਆਇਆ ਤਾਂ ਉਸ ਨੂੰ ਬਿਜਲੀ ਦੀ ਰੌਸ਼ਨੀ ਨਜ਼ਰ ਆਈ ਅਤੇ ਇਹੀ ਰੌਸ਼ਨੀ ਉਸ ਦੇ ਮਨ ਦੇ ਹਨੇਰੇ ਵਿੱਚ ਪ੍ਰਕਾਸ਼ ਵਾਂਗ ਕੰਮ ਕਰ ਗਈ ਅਤੇ ਹੁਣ ਉਸ ਨੇ ਇਮਤਿਹਾਨ ਬਿਨਾਂ ਕਿਸੇ ਕਰਾਮਾਤ ਜਾਂ ਬਿਨਾਂ ਕਿਸੇ ਦਵਾਈ ਤੋਂ ਦੇਣ ਦਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਪੱਕਾ ਕਰ ਲਿਆ। ਇਸ ਤਰ੍ਹਾਂ ਇਸ ਨਾਵਲ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਧਾਗੇ, ਤਵੀਤ ਜਾਂ ਕੋਈ ਦਵਾਈ ਜਾਂ ਕੋਈ ਕਰਾਮਾਤ, ਨਾ ਕੋਈ ਪਰੀ ਸਾਡੇ ਤੇ ਕੋਈ ਅਸਰ ਕਰ ਸਕਦੀ ਹੈ। ਜੇ ਸਾਡੇ ਤੇ ਕੋਈ ਚੀਜ਼ ਅਸਰ ਕਰ ਸਕਦੀ ਹੈ ਤਾਂ ਉਹ ਹੈ ਸਾਡੇ ਮਾਪਿਆਂ, ਅਧਿਆਪਕਾਂ ਜਾਂ ਸਾਡੇ ਤੋਂ ਵੱਡਿਆਂ ਦੀਆਂ ਦਿੱਤੀਆਂ ਹੋਈਆਂ ਨਸੀਹਤਾਂ। ਇਸ ਕਰਕੇ ਆਪਣੇ ਮਨ ਵਿੱਚ ਪ੍ਰਕਾਸ਼ ਕਰਨ ਲਈ ਇਹਨਾਂ ਸਭ ਦਾ ਸਹਾਰਾ ਲੈਣਾ ਚਾਹੀਦਾ ਹੈ। ਬੱਚਿਓ, ਇਸ ਦੇ ਨਾਲ ਹੀ ਤੁਹਾਨੂੰ ਕੁਝ ਇਸ ਨਾਵਲ ਸੰਬੰਧੀ PDF ਫਾਈਲ ਭੇਜੀਆਂ ਜਾਣਗੀਆਂ ਜਿਹੜੇ ਕਿ ਤੁਸੀਂ ਆਪਣੀ ਕਾਪੀ ਤੇ ਜ਼ਰੂਰ ਨੋਟ ਕਰਕੇ ਰੱਖਣਾ ਅਤੇ ਨਾਲ ਹੀ ਵਿਹਾਰਕ ਵਿਆਕਰਨ ਦੀ ਵੀ PDF ਫਾਈਲਸ ਭੇਜੀਆਂ ਜਾਣਗੀਆਂ। ਵਰਕਸ਼ੀਟ ਹੋਏਗੀ ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ ਤੇ ਜਿਹੜਾ ਹੈ ਜ਼ਰੂਰ ਨੋਟ ਕਰਨਾ।